ਹੈਲੋ ਸਟੂਡੈਂਟਸ, ਆਈ ਐਮ ਸੰਦੀਪ ਸ਼ਰਮਾ। ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 5ਵੀਂ ਕਲਾਸ ਦੀ ਇੰਗਲਿਸ਼ ਦਾ ਲੈਸਨ 2 ਟੂ ਫਰੋਗਸ ਪੜ੍ਹਾਂਗੇ। ਇਸ ਦੇ ਪਹਿਲੇ ਆਪਾਂ ਓਬਜੈਕਟਿਵ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਓਬਜੈਕਟਿਵ ਜਾਂ ਉਦੇਸ਼ ਹੈ ਟੂ ਹੈਲਪ ਯੰਗ ਲਰਨਰਸ ਟੂ ਲਰਨ ਦਾ ਵੇਜ਼ ਆਫ ਐਕਸਚੇਂਜਿੰਗ ਇਨਫੋਰਮੇਸ਼ਨ ਐਂਡ ਐਕਸਟੈਂਡਿੰਗ ਆਈਡੀਆਜ਼। ਇੱਥੇ ਯੰਗ ਲਰਨਰਸ ਲਿਖਿਆ ਹੋਇਆ ਹੈ। ਯੰਗ ਲਰਨਰਸ ਦਾ ਮਤਲਬ ਹੈ ਛੋਟੇ ਸਿੱਖਿਆਰਥੀ, ਯਾਨੀ ਕਿ ਉਹ ਬੱਚੇ ਜਿਹੜੇ ਇਹ ਲੈਸਨ ਨੂੰ ਪੜ੍ਹ ਰਹੇ ਹਨ। ਸੋ ਇਸ ਦਾ ਪਹਿਲਾ ਓਬਜੈਕਟਿਵ ਹੈ ਛੋਟੇ ਸਿੱਖਿਆਰਥੀਆਂ ਦੀ ਜਾਣਕਾਰੀ ਅਤੇ ਸਮਝ ਨੂੰ ਵਧਾਉਣਾ, ਤਾਂ ਕਿ ਉਹ ਕੋਈ ਵੀ ਦਿੱਤੀ ਗਈ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਸ ਨੂੰ ਆਪਸ ਦੇ ਵਿੱਚ ਐਕਸਚੇਂਜ, ਉਸ ਦਾ ਆਦਾਨ ਪ੍ਰਦਾਨ ਕਰ ਸਕਣ। ਦੂਸਰਾ ਦਾ ਓਬਜੈਕਟਿਵ ਹੈ to make the students aware of cleanliness, personal hygiene and ill effects of open defecation। ਸੋ ਬੱਚਿਆਂ ਨੂੰ ਸਫਾਈ, ਨਿੱਜੀ ਸਫਾਈ ਅਤੇ ਖੁੱਲ੍ਹੇ ਵਿੱਚ ਮਲ ਤਿਆਗ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਣਾ। ਚਲੋ ਹੁਣ ਇਸ ਵਿੱਚ ਆਏ ਨਿਊ ਵਰਡਸ ਜਾਂ ਨਵੇਂ ਸ਼ਬਦ ਪੜ੍ਹੀਏ। ਪਹਿਲਾ ਸ਼ਬਦ ਹੈ ਇਰੀਟੇਟਿਡ। ਇਰੀਟੇਟਿਡ ਦਾ ਮਤਲਬ ਹੁੰਦਾ ਹੈ ਖਿੰਝਿਆ ਹੋਇਆ। ਨੈਕਸਟ ਇਜ਼ ਐਡਵਾਂਸਮੈਂਟ। ਐਡਵਾਂਸਮੈਂਟ ਦਾ ਮਤਲਬ ਹੁੰਦਾ ਹੈ ਤਰੱਕੀ। ਨੈਕਸਟ ਹੈ ਕੰਸਟਰਕਟਿਡ। ਕੰਸਟਰਕਟਿਡ ਦਾ ਮਤਲਬ ਹੁੰਦਾ ਹੈ ਉਸਾਰਿਆ। ਜਿਸ ਤਰ੍ਹਾਂ ਕੋਈ ਬਿਲਡਿੰਗ ਨੂੰ ਆਪਾਂ ਉਸਾਰਦੇ ਹਾਂ, ਕੰਸਟਰਕਟ ਕਰਦੇ ਹਾਂ, ਉਹਦੇ ਤੋਂ ਹੀ ਇਹ ਵਰਡ ਸਾਨੂੰ ਮਿਲਦਾ ਹੈ ਕੰਸਟਰਕਟਿਡ, ਯਾਨੀ ਕਿ ਉਸਾਰਿਆ। ਨੈਕਸਟ ਹੈ ਆਰਡਰ। ਆਰਡਰ ਦਾ ਮਤਲਬ ਹੁੰਦਾ ਹੈ ਦੁਰਗੰਧ ਜਾਂ ਬਦਬੂ। ਨੈਕਸਟ ਇਜ਼ ਗ੍ਰੰਬਲਡ। ਗ੍ਰੰਬਲ ਦਾ ਮਤਲਬ ਹੁੰਦਾ ਹੈ ਬੁੱਧ-ਬੁਦਾਨਾ। ਬੁੱਧ-ਬੁਦਾਨਾ ਦਾ ਮਤਲਬ ਕੀ ਹੋਇਆ? ਜਦੋਂ ਕੋਈ ਮੂੰਹ ਦੇ ਵਿੱਚ ਹੀ ਬੋਲਦਾ ਰਹਿੰਦਾ ਹੈ। ਨੈਕਸਟ ਹੈ ਡੈਫੀਕੇਟ। ਡੈਫੀਕੇਟ ਦਾ ਮਤਲਬ ਹੁੰਦਾ ਹੈ ਮਲ ਤਿਆਗ ਕਰਨਾ। ਨੈਕਸਟ ਇਜ਼ ਇਗਨੋਰੈਂਟ। ਇਗਨੋਰੈਂਟ ਦਾ ਮਤਲਬ ਹੁੰਦਾ ਹੈ ਅਣਜਾਣ, ਅਣਜਾਣ ਬੰਦਾ, ਠੀਕ ਹੈ, ਜਿਸ ਨੂੰ ਕੁਝ ਪਤਾ ਨਾ ਹੋਵੇ, ਜਿਸ ਨੂੰ ਆਪਾਂ ਨਾ ਸਮਝ ਵੀ ਕਹਿੰਦੇ ਹਾਂ, ਅਣਜਾਣ ਜਾਂ ਨਾ ਸਮਝ। ਨੈਕਸਟ ਹੈ ਲਿਟਰ। ਲਿਟਰ ਦਾ ਮਤਲਬ ਹੁੰਦਾ ਹੈ ਕੂੜਾ ਕਰਕਟ। ਹੁਣ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਚਲੋ ਪ੍ਰੀ ਰੀਡਿੰਗ ਦੇਖਦੇ ਹਾਂ ਕਿ ਸਾਨੂੰ ਕਿਹੜੀਆਂ ਚੀਜ਼ਾਂ ਦਾ ਪਤਾ ਹੋਣਾ ਜ਼ਰੂਰੀ ਹੈ। ਫਸਟ ਹੈ ਵੇਅਰ ਸ਼ੁਡ ਯੂ ਥਰੋ ਗਾਰਬੇਜ। ਗਾਰਬੇਜ ਹੁੰਦਾ ਹੈ ਕੂੜਾ, ਥਰੋ ਮੈਨੇ ਸੁੱਟਣਾ। ਤੁਸੀਂ ਕੂੜਾ ਕਿੱਥੇ ਸੁੱਟਦੇ ਹੋ? ਨੈਕਸਟ ਹੈ ਡੂ ਯੂ ਯੂਜ਼ ਟੋਇਲਟਸ। ਟੋਇਲਟਸ ਦਾ ਮਤਲਬ ਹੁੰਦਾ ਹੈ ਪਖਾਨੇ। ਕੀ ਤੁਸੀਂ ਟੋਇਲਟਸ ਦੀ ਵਰਤੋਂ ਕਰਦੇ ਹੋ? ਹੈਵ ਯੂ ਹਰਡ ਐਨੀਥਿੰਗ ਅਬਾਊਟ ਦਾ ਡੈਫੀਕੇਸ਼ਨ। ਡੈਫੀਕੇਸ਼ਨ ਤੁਹਾਨੂੰ ਦੱਸਦਾ ਹੈ ਮਲ ਤਿਆਗ। ਹਰਡ ਮੈਨੇ ਸੁਣਿਆ। ਕੀ ਤੁਸੀਂ ਓਪਨ ਦੇ ਵਿੱਚ, ਖੁੱਲ੍ਹੇ ਵਿੱਚ ਜਾਂ ਖੇਤਾਂ ਵਿੱਚ ਤੁਸੀਂ ਮਲ ਤਿਆਗ ਬਾਰੇ ਸੁਣਿਆ ਹੈ? ਚਲੋ ਹੁਣ ਆਪਾਂ ਸਟੋਰੀ ਪੜ੍ਹਨਾ ਸਟਾਰਟ ਕਰਦੇ ਹਾਂ। ਫਰੋਗ ਪਾਲਾ ਐਂਡ ਹਿਜ਼ ਵਾਈਫ ਬੀਰੋ ਲਿਵਡ ਨੀਅਰ ਦਾ ਪੌਂਡ ਇਨ ਅ ਵਿਲੇਜ। ਇੱਕ ਡੱਡੂ ਜਿਸ ਦਾ ਨਾਮ ਪਾਲਾ ਸੀ ਅਤੇ ਉਸਦੀ ਪਤਨੀ, ਵਾਈਫ ਮਤਲਬ ਪਤਨੀ, ਬੀਰੋ, ਲਿਵਡ ਨੀਅਰ ਦਾ ਪੌਂਡ ਇਨ ਅ ਵਿਲੇਜ। ਉਹ ਦੋਵੇਂ ਕਿੱਥੇ ਰਹਿੰਦੇ ਸੀ? ਇੱਕ ਤਲਾਬ ਦੇ ਨੇੜੇ, ਜਿਹੜਾ ਕਿ ਇੱਕ ਪਿੰਡ ਵਿੱਚ ਸੀ। ਅ ਫਿਊ ਈਅਰਸ ਬੈਕ, ਕੁਝ ਸਾਲ ਪਹਿਲਾਂ, ਦੇਅਰ ਵਰ ਮੈਨੀ ਟਰੀਜ਼ ਅਰਾਊਂਡ ਦਾ ਪੌਂਡ। ਇਸ ਤਲਾਬ ਦੇ ਨੇੜੇ ਬਹੁਤ ਸਾਰੇ ਟਰੀਜ਼ ਮਤਲਬ ਬ੍ਰਿਕਸ਼ ਸਨ। ਇਟ ਵਾਜ਼ ਅ ਕੂਲ ਐਂਡ ਕਾਮ ਪਲੇਸ ਟੂ ਲਿਵ ਇਨ। ਕੂਲ ਮੈਨੇ ਠੰਡਾ, ਕਾਮ ਮੈਨੇ ਸ਼ਾਂਤੀ ਵਾਲਾ। ਇਹ ਜਗ੍ਹਾ ਰਹਿਣ ਲਈ ਬਹੁਤ ਹੀ ਠੰਡੀ ਅਤੇ ਸ਼ਾਂਤੀ ਵਾਲੀ ਸੀ। ਬਟ ਨਾਓ, ਪਰ ਹੁਣ, ਦੇਅਰ ਵਰ ਮੈਨੀ ਟਾਲ ਬਿਲਡਿੰਗਸ ਵਿਦ ਗ੍ਰੇਟ ਹਸਲ ਐਂਡ ਬਸਲ ਅਰਾਊਂਡ ਦਾ ਪੌਂਡ। ਪਰ ਹੁਣ ਇੱਥੇ ਕੀ ਹੋ ਗਿਆ ਸੀ? ਬਹੁਤ ਸਾਰੀਆਂ ਵੱਡੀਆਂ ਵੱਡੀਆਂ, ਉੱਚੀਆਂ ਉੱਚੀਆਂ ਬਿਲਡਿੰਗਸ, ਇਮਾਰਤਾਂ ਬਣ ਗਈਆਂ ਸਨ। ਵਿਦ ਗ੍ਰੇਟ ਹਸਲ ਐਂਡ ਬਸਲ। ਹਸਲ ਐਂਡ ਬਸਲ ਨੂੰ ਇਕੱਠੇ ਪੜ੍ਹਨਾ ਹੈ। ਇਸ ਦਾ ਮਤਲਬ ਹੁੰਦਾ ਹੈ ਰੌਣਕ ਜਾਂ ਭੀੜ। ਜਿਹਦੇ ਕਰਕੇ ਕੀ ਸੀ? ਪੌਂਡ ਦੇ ਆਲੇ ਦੁਆਲੇ ਜਾਂ ਤਲਾਬ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਭੀੜ ਰਹਿੰਦੀ ਸੀ। ਇਟ ਵਾਜ਼ ਨੋ ਲੋਂਗਰ ਕੂਲ ਐਂਡ ਕਾਮ। ਹੁਣ ਇਹ ਨਾ ਤੇ ਠੰਡਾ ਰਿਹਾ ਸੀ ਅਤੇ ਨਾ ਹੀ ਸ਼ਾਂਤੀ ਵਾਲਾ ਰਿਹਾ ਸੀ। ਪਾਲਾ was happy with the fast moving life around the pond। ਪਾਲਾ ਇੰਨੀ ਤੇਜ਼ ਚੱਲਣ ਵਾਲੀ ਜ਼ਿੰਦਗੀ ਜਿਹੜੀ ਕਿ ਇਸ ਤਲਾਬ ਦੇ ਆਲੇ ਦੁਆਲੇ ਸੀ, ਉਸ ਨਾਲ ਬਹੁਤ ਹੈਪੀ, ਮੈਨੇ ਖੁਸ਼ ਸੀ। ਬਟ ਪਰ ਬੀਰੋ was irritated with the litter near the pond। ਪਰ ਬੀਰੋ ਜਿਹੜਾ ਲਿਟਰ, ਜਿਹੜਾ ਗੰਦ ਜਾਂ ਜਿਹੜਾ ਕੂੜਾ ਤਲਾਬ ਦੇ ਲਾਗੇ ਪਿਆ ਸੀ, ਉਸ ਤੋਂ ਬਹੁਤ ਜ਼ਿਆਦਾ ਖਿਝੀ ਹੋਈ ਸੀ। ਪਾਲਾ ਸੈਡ, ਪਾਲਾ ਜਿਹੜਾ ਫਰੋਗ ਸੀ ਉਹਨੇ ਕਿਹਾ ਡੀਅਰ
लुक एट द बिल्डिंग्स, प्यारी उन्हां बिल्डिंग्स वल, उन्हां इमारतां वल वेखो। हाउ टाल दे आर, देखो किन्नियां उच्चियां हन। आर विलेज इज़ नाउ ऑन द वे ऑफ एडवांसमेंट, साडा विलेज मतलब पिंड, साडा पिंड हुण तरक्की दे राह ते है। बीरो ग्रंबल्ड, बीरो बुड़बड़ाई। एडवांसमेंट तरक्की। डोंट यू रियलाइज, डोंट यू रियलाइज, रियलाइज का मतलब होता है महसूस करना। डोंट यू रियलाइज दैट आर हेल्थ इज़ एट स्टेक, स्टेक मैंने खतरा, कि तैनूं यह महसूस नहीं हो रहा कि साडी सेहत खतरे विच है। वट आर यू सेइंग आस्ट पाला, तू की कह रही है, पाला ने पूछया। यू नीड टू लुक अराउंड यू सैड बीरो, बीरो ने कहा तैनूं अपने आले दुआले देखण दी ज़रूरत है। पीपल हैव ब्यूटीफुल होम्स, पीपल मैंने लोक, लोकां कोल, ब्यूटीफुल मैंने सुंदर, घर, लोकां कोल सुंदर घर हन। विद ऑल काइंड्स ऑफ फैसिलिटीज़, ऑल काइंड्स मैंने हर तरह की, फैसिलिटी मैंने सहूलत, ठीक है। लोकां कोल बहुत ही सुंदर घर हन जिस दे विच हर तरह की फैसिलिटी है, हर तरह की सहूलत है। बट दे आर नॉट यूजिंग दैम प्रॉपरली, पर फिर भी वो उन्हां दा सही तरीके नाल इस्तेमाल नहीं कर रहे हन। वट डू यू वॉन्ट टू से आस्ट पाला, तू की कहना चाहनी है। बीरो रिस्पोंडिड, रिस्पोंडिड का मतलब होंदा है उत्तर देना। बीरो ने उत्तर दिता दे आर नॉट यूजिंग देयर टॉयलेट्स, वो अपने पखाने नहीं वरत रहे। यूजिंग मैंने वरतना, नहीं वरत रहे। वट एक्सक्लेम्ड पाला, एक्सक्लेम का मतलब होंदा हैरानी नाल। वट की, पाले ने हैरानी नाल पुछया। बीरो कंटीन्यूड, बीरो अगे कहती गई दे डेफिकेट इन द ओपन, वो ओपन मैंने खुले विच, ਉਹ खुले विच ही मल त्याग करते हैं। नियर माई होम, मेरे घर के लागे। दिस प्लेस स्टिंक्स, यह प्लेस या यह जगह हुण बदबू वाली हो चुकी है। आई एम फेडअप, फेडअप मैंने तंग आना। ऑफ दिस अनप्लीजेंट, अनप्लीजेंट का मतलब होंदा है अनप्लेजेंट, खुशी ना देने वाली या कह लो माड़ी। ऑर्डर मतलब बदबू, मैं इस माड़ी या खुशी ना देने वाली बदबू तो तंग आ चुकी हाँ। दे आर नॉट अफ्रेड, अफ्रेड में डरना। ऑफ डेंजर खतरा। दे आर गोइंग टू फेस, सामना करना। दे आर नॉट ईवन अफ्रेड, उन्होंने इस खतरे तो भी डर नहीं है जिहड़ा वो हुणे ही फेस करन वाले हन। पाला सैड वट काइंड ऑफ डेंजर बीरो, किस तरह का खतरा बीरो। बीरो सैड डिजीज़, बीरो सैड डिजीज़, बीरो ने कहा बीमारियां। हाउ कैन वी फॉरगेट, फॉरगेट मैंने भुलना। द टू चिल्ड्रन ऑफ आवर विलेज, असी उन्हां दो बच्चों नूं किस तरह भुल सकते हैं जिहड़े साडे पिंड दे सन। हू डाइड, जिहड़े मर गए सन। ऑफ डायरिया एंड इन्फेक्शन, डायरिया की हुंदा है, डायरिया हुंदा है दस्त लगना, तो इन्फेक्शन हुंदा है संक्रमण होना। अजकल तो इन्फेक्शन बिल्कुल जिहड़ा हैगा आम शब्द हो चुकिया है, आम लोग की इनू यूज़ करते हैं। सो वो कहती है मैं किस तरह वो दो बच्चे भुल सकती हैं जिहड़े कि डायरिया, दस्त अते संक्रमण करके मर गए सन। एटलीस्ट आई कांट, कम से कम मैं तो नहीं, मतलब मैं तो नहीं भुल सकती। आई एम सरप्राइज्ड, मैं बहुत हैरान हाँ। हाउ कैन मैन बी सो इग्नोरेंट, आदमी किस तरह इन्ना ना समझ हो सकता है। अबाउट गुड हाइजीन प्रैक्टिस, कि उन्होंने अपनी साफ सफाई का भी ध्यान ना होवे, यानी कि वो अपनी साफ सफाई तो किस तरह अनजान हो सकता है। शी कंटीन्यूड, वो फिर बोली आई हैव डिसाइडिड, मैं हुण निश्चय कर लिया है, मैं हुण सोच लिया है। आई विल नॉट टॉलरेट इट एनी मोर, मैं हुण टॉलरेट मैंने बर्दाश्त करना, मैं इस तो हुण ज़्यादा बर्दाश्त नहीं करांगी। वट विल यू डू आस्ट पाला, तू की करेंगी, पाले ने उन्होंने पूछया। बीरो अनाउंसड, बीरो ने घोषणा की। अनाउंस मैंने घोषणा करना, जहाँ इसका मतलब होंदा है उच्ची आवाज़ विच कहना। बीरो ने उच्ची आवाज़ विच कहा आई विल स्प्रैड, स्प्रैड मैंने फैलाउना। अवेयरनैस, अवेयरनैस मैंने जागरूकता। अमंग द पीपल, लोकां विच। अबाउट द यूज़ ऑफ टॉयलेट, मैं लोकां विच टॉयलेट नूं वरतन दी, पखानियां नूं वरतन लई जागरूकता फैलावांगी।
and the advantages of keeping their homes and surroundings clean and healthy। homes की हो गया घर, surroundings आला दुआला, clean मैंने साफ, healthy मैंने ਤੰਦਰੁਸਤ। ਅਤੇ ਮੈਂ ਉਹਨਾਂ ਨੂੰ ਆਪਣਾ ਘਰ ਅਤੇ ਆਲੇ ਦੁਆਲੇ ਨੂੰ ਸਾਫ਼ ਅਤੇ ਤੰਦਰੁਸਤ ਰੱਖਣ ਦੇ ਐਡਵਾਂਟੇਜਿਸ ਲਾਭ ਦੇ ਲਾਭ ਦੱਸਾਂਗੀ। ਵਿਲ ਯੂ ਹੈਲਪ ਮੀ, ਕੀ ਤੂੰ ਮੇਰੀ ਮਦਦ ਕਰੇਗਾ? ਆਫ ਕੋਰਸ, ਜ਼ਰੂਰ। ਆ ਗੁੱਡ ਡੀਡ ਨੀਡਸ ਨੋ ਸੈਕਿੰਡ ਥਾਟ। ਗੁੱਡ ਡੀਡ ਕੀ ਹੋ ਗਿਆ? ਚੰਗਾ ਕੰਮ। ਚੰਗੇ ਕੰਮ ਨੂੰ ਕਰਨ ਲਈ ਦੂਸਰੀ ਵਾਰ ਸੋਚਣ ਦੀ ਜ਼ਰੂਰਤ ਨਹੀਂ ਹੁੰਦੀ। नो परमिशन, ना ही कोई आग्ञा लैन की जरूरत होंदी है। रिमार्कड पाला, रिमार्क का मतलब टिप्पणी देना, जां यह कह सकते हैं पाला ने कहा, पाले ने टिप्पणी दी, जां पाले ने कहा कि हाँ कोई गल नहीं, मैं तेरे नाल हाँ। बोथ ऑफ देम वर वेरी हैप्पी, दोवें ही बहुत खुश सन। एज दे हैड फाउंड द सोल्यूशन, क्योंकि उन्होंने जिहड़ा हैगा सोल्यूशन मिल गया सी, हल मिल गया सी टू अ डेडली प्रॉब्लम, इस जानलेवा समस्या दा। सो ऐसी लैसन द फ्रॉग्स। आई होप कि तुहानू सारिਆਂ ਨੂੰ ਇਹ बहुत अच्छी तरह समझ आ गया होवेगा। थैंक यू फॉर वॉचिंग।